ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪ੍ਰਵੀਨ ਕੋਮਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਹਟ ਕੇ। ਖਬਰ ਹਟ ਕੇ ਦੇ ਵਿੱਚ ਅੱਜ ਅਸੀਂ ਜ਼ਿਕਰ ਕਰਾਂਗੇ ਹਰਿਆਣਾ ਕਾਡਰ ਦੇ 2014 ਬੈਚ ਦੀ IAS ਅਧਿਕਾਰੀ ਰਾਣੀ ਨਾਗਰ ਦੇ ਬਾਰੇ। ਰਾਣੀ ਨਾਗਰ ਅੱਜ ਕੱਲ੍ਹ ਇਸ ਕਰਕੇ ਸੁਰਖੀਆਂ ਵਿੱਚ ਹੈ ਕਿਉਂਕਿ ਉਸ ਨੇ ਆਪਣੇ ਡੈਜਿਗਨੇਸ਼ਨ ਤੋਂ, ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਇਹ ਗੱਲ ਹੋ ਰਿਹਾ ਕਿ ਹਰਿਆਣਾ ਸਰਕਾਰ ਨੇ ਰਾਣੀ ਨਾਗਰ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ, ਪਰ ਵੱਡੇ ਸਵਾਲ ਇਹ ਖੜੇ ਹੁੰਦੇ ਨੇ, ਪੈਦਾ ਇਹ ਹੁੰਦੇ ਨੇ ਕਿ ਜੇ ਇੱਕ IAS ਅਫਸਰ, ਉਹ ਵੀ ਇੱਕ ਫੀਮੇਲ ਮਹਿਲਾ IAS ਅਫਸਰ ਵੱਲੋਂ ਇਹ ਕਹਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਹੈ ਕਿ ਉਸ ਦਾ ਯੌਨ ਸ਼ੋਸ਼ਣ ਹੋ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਖਤਰਾ ਹੈ, ਉਸ ਦੀ ਤੇ ਉਸ ਦੀ ਭੈਣ ਦੀ ਜਾਨ ਨੂੰ ਖਤਰਾ ਹੈ, ਤਾਂ ਫਿਰ ਵੱਡਾ ਸਵਾਲ ਪੈਦਾ ਇਹ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ ਇੱਕ ਜਿਹੜੇ ਖਾਸ ਅੰਗ ਨੇ, ਭਾਰਤੀ ਜਨਤਾ ਪਾਰਟੀ ਦੇ ਖਾਸ ਕਾਰਕੁਨ, ਹਰਿਆਣੇ ਦੇ ਵਿੱਚ BJP ਦੀ ਸਰਕਾਰ ਦੇ ਸਰਬ ਸੇਵਾ ਮੋਢੀ ਮਨੋਹਰ ਲਾਲ ਖੱਟਰ ਜੀ, ਇਹ ਵੀ ਬਹੁਤ ਗੱਲਾਂ ਕਰਦੇ ਨੇ ਔਰਤਾਂ ਦੇ ਮਾਣ ਸਨਮਾਨ ਇੱਜ਼ਤ ਦੀਆਂ, ਤੇ ਪ੍ਰਧਾਨ ਮੰਤਰੀ ਜੀ ਮਨ ਕੀ ਬਾਤ ਦੇ ਵਿੱਚ ਕਈ ਵਾਰ ਔਰਤਾਂ ਦੇ ਮਾਣ ਸਨਮਾਨ ਦੀ ਗੱਲ ਵੀ ਕਰ ਚੁੱਕੇ ਨੇ। ਪਰ ਜੇ ਹਰਿਆਣੇ ਦੇ ਵਿੱਚ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉੱਥੇ ਇਸ ਤਰ੍ਹਾਂ ਇੱਕ ਮਹਿਲਾ IAS ਅਫਸਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਵੇ ਤਾਂ ਫਿਰ ਬਾਕੀ ਦੀ ਜਨਤਾ ਦਾ ਕੀ ਹਾਲ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਰਾਣੀ ਨਾਗਰ ਨੇ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਹਰਿਆਣਾ ਦੇ ਇੱਕ IAS ਅਧਿਕਾਰੀ ਦੇ ਉੱਤੇ ਆਰੋਪ ਲਾਏ ਸਨ ਕਿ ਉਹਨਾਂ ਦਾ ਯੌਨ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰਾਣੀ ਨਾਗਰ ਨੇ 2018 ਨੂੰ 9 ਮਈ 2018 ਨੂੰ ਐਡੀਸ਼ਨਲ ਸੈਕਟਰੀ ਪਸ਼ੂ ਪਾਲਣ ਵਿਭਾਗ ਹਰਿਆਣਾ ਸਰਕਾਰ ਚੰਡੀਗੜ੍ਹ ਵਿਖੇ ਜੋ ਨੌਕਰੀ ਜੁਆਇਨ ਕੀਤੀ ਸੀ। ਰਾਣੀ ਨਾਗਰ ਪਬਲਿਕ ਡੋਮੇਨ ਦੇ ਉੱਤੇ ਆਈ ਹੈ। ਰਾਣੀ ਨਾਗਰ ਨੇ ਅਦਾਲਤ ਦੇ ਵਿੱਚ ਵਿਚਾਰਾਜੋਈ ਕੀਤੀ ਹੈ। ਰਾਣੀ ਨਾਗਰ ਨੇ ਸਰਕਾਰਾਂ ਨੂੰ ਵੀ ਲਿਖਿਆ ਹੈ। ਜਿਹੜਾ ਰਾਣੀ ਨਾਗਰ ਨੇ ਕਿਹਾ, ਮੋਟੇ ਤੌਰ ਦੇ ਉੱਤੇ ਤੁਹਾਨੂੰ ਦੱਸ ਦਈਏ, ਰਾਣੀ ਨਾਗਰ ਨੇ ਕਿਹਾ ਕਿ ਮੈਂ ਕੁਝ ਗੱਲਾਂ ਸਾਂਝੀਆਂ ਕਰ ਰਹੀ ਹਾਂ ਜਿਹਦੇ ਵਿੱਚ ਮੈਂ ਦੱਸ ਰਹੀ ਹਾਂ ਕਿ ਮੇਰਾ ਕਿਸ ਤਰ੍ਹਾਂ ਯੌਨ ਸ਼ੋਸ਼ਣ ਹੋ ਰਿਹਾ ਹੈ। ਉਸਨੇ ਕਿਹਾ ਕਿ IAS ਅਧਿਕਾਰੀ ਨੇ ਉਸ ਨੂੰ ਆਪਣੇ ਦਫ਼ਤਰ ਦੇ ਵਿੱਚ ਦੁਪਹਿਰ ਨੂੰ ਬੁਲਾਇਆ ਤੇ ਕਿਹਾ ਕਿ ਤੇਰਾ ਮੋਬਾਈਲ ਕਿੱਥੇ ਹੈ। ਮੋਬਾਈਲ ਰਾਣੀ ਦੇ ਬੈਗ ਵਿੱਚ ਸੀ। ਉਸ ਤੋਂ ਬਾਅਦ ਰਾਣੀ ਦੇ ਕਹਿਣ ਮੁਤਾਬਕ IAS ਅਫਸਰ ਨੇ ਧਮਕਾਇਆ ਤੇ ਕਿਹਾ ਕਿ ਮੈਂ ਤੈਨੂੰ ਸਮਝਾ ਰਿਹਾ, ਜੇ ਇੱਕ ਵਾਰੀ ਸਮਝ ਜਾਏਗੀ ਚੰਗਾ ਰਹੇਗਾ, ਨਹੀਂ ਤਾਂ ਸਾਰੀ ਉਮਰ ਨੌਕਰੀ ਦੇ ਵਿੱਚ ਪਰੇਸ਼ਾਨੀ ਰਹੇਗੀ। ਤੇ ਉਹਨੇ ਇਹ ਵੀ ਕਿਹਾ ਕਿ ਜਿਹੜਾ ਫਾਈਲਾਂ ਦੇ ਉੱਤੇ ਲਿਖਦੀ ਹੈ ਉਸ ਨੂੰ ਮੈਂ ਰੱਦ ਕਰ ਸਕਦਾ, ਤੈਨੂੰ ਇਹਦਾ ਨੁਕਸਾਨ ਉਠਾਉਣਾ ਪਊਗਾ। ਮੈਂ 2 ਮਹੀਨਿਆਂ ਤੋਂ ਦੇ ਅੰਦਰ ਅੰਦਰ ਤੇਰਾ ਇਸ ਵਿਭਾਗ 'ਚੋਂ ਤਬਾਦਲਾ ਜਿਹੜਾ ਹੈ ਕਰਵਾ ਦੂੰਗਾ, ਤੇ ਜੇ ਤੂੰ ਫਾਈਲਾਂ 'ਤੇ ਟਿੱਪਣੀਆਂ ਲਿਖਣੀਆਂ ਵੱਧ ਨਾ ਕੀਤੀਆਂ ਤਾਂ ਮੈਂ ਤੈਨੂੰ ਨੌਕਰੀ ਵਿੱਚ ਅੜਚਨ ਪਾਉਣ ਵਾਲੀ ਦਾ ਤਗਮਾ ਦਵਾ ਦੇਵਾਂਗਾ। ਰਾਣੀ ਨਾਗਰ ਦਾ ਇਹ ਵੀ ਕਹਿਣਾ ਕਿ ਇਸ ਤੋਂ ਬਾਅਦ IAS ਅਧਿਕਾਰੀ ਨੇ ਉਸ ਨੂੰ ਦਫ਼ਤਰ ਦੇ ਵਿੱਚ 5:40 ਤੇ ਬੁਲਾਇਆ ਤੇ ਰਾਤ 7:30 ਵਜੇ ਤੱਕ ਉਸ ਨੂੰ ਆਪਣੇ ਕਮਰੇ ਵਿੱਚ ਬਿਠਾ ਕੇ ਰੱਖਿਆ। ਉਹਨੇ ਇਹ ਵੀ ਕਿਹਾ ਕਿ ਸਟਾਫ ਨੂੰ ਵੀ ਕਹਿ ਦਿੱਤਾ ਕਿ ਹੋਰ ਕਿਸੇ ਬੰਦੇ ਨੂੰ ਕਮਰੇ ਦੇ ਅੰਦਰ ਨਾ ਆਉਣ ਦਿੱਤਾ ਜਾਵੇ। ਰਾਣੀ ਨੇ ਕਿਹਾ ਕਿ IAS ਅਫਸਰ ਨੇ ਇਹ ਵੀ ਪੁੱਛਿਆ ਕਿ ਮੈਨੂੰ ਇਹ ਦੱਸ ਕਿ ਤੂੰ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹੈ, ਤੂੰ ਟਾਈਮ ਪਾਸ ਦਾ ਕੰਮ ਕਰਨਾ ਚਾਹੁੰਦੀ ਹੈ, ਤੂੰ ਦਫ਼ਤਰ ਦਾ ਕੰਮ ਕਰਨਾ ਚਾਹੁੰਦੀ ਹੈ, ਤੂੰ ਜਿੱਦਾਂ ਦਾ ਕੰਮ ਕਰਨਾ ਚਾਹੁੰਦੀ ਹੈ ਤੇ ਮੈਂ ਉੱਦਾਂ ਦਾ ਕੰਮ ਤੈਨੂੰ ਦੇ ਦੂੰਗਾ, ਤੇ ਬਾਕੀ ਟਿੱਪਣੀਆਂ ਲਿਖਣ ਦੀ ਲੋੜ ਨਹੀਂ, ਸਿਰਫ ਆਪਣੇ ਦਸਖਤ ਕਰਿਆ ਕਰੋ। ਤੇ ਰਾਣੀ ਦੇ ਕਹਿਣ ਮੁਤਾਬਕ IAS ਅਫਸਰ ਨੇ ਉਹਨੂੰ ਧਮਕਾਇਆ ਵੀ ਤੇ ਕਿਹਾ ਵੀ ਕਿ ਮੈਂ ਤੇਰੀ ACR ਜਿਹੜੀ ਸਾਲਾਨਾ ਰਿਪੋਰਟ ਹੈ ਉਹ ਖਰਾਬ ਰੱਖ ਦੂੰਗਾ, ਤੇ ਇਹ ਵੀ ਕਿਹਾ ਕਿ ਜੇ ਕੋਈ ਟਿੱਪਣੀ ਫਾਈਲਾਂ ਦੇ ਵਿੱਚ ਨੋਟਿੰਗ ਵਿੱਚ ਲਿਖੇਂਗੀ ਤਾਂ ਕੋਈ ਤੈਨੂੰ ਉਲਟਾ ਟੰਗ ਦੇਊਗਾ, ਤੇਰੀ ਮੰਜੀ ਠੋਕ ਦੇਊਗਾ, ਅਸੀਂ ਮਾਫੀ ਨਹੀਂ ਦਿੰਦੇ, ਵਗੈਰਾ ਵਗੈਰਾ ਵਗੈਰਾ। ਔਰ ਇਹ ਵੀ ਕਿਹਾ ਕਿ ਰਾਣੀ ਨਾਗਰ ਨੇ ਆਪਣੀ ਚਿੱਠੀ ਦੇ ਵਿੱਚ ਬੜਾ ਇਲਜ਼ਾਮ ਇਹ ਲਾਇਆ ਕਿ IAS ਅਫਸਰ ਨੇ, ਪੁਰਸ਼ IAS ਅਫਸਰ ਨੇ ਉਸ ਨੂੰ ਕਿਹਾ ਕਿ ਜਦੋਂ ਕੋਈ ਨਵੀਂ ਦੁਲਹਨ ਆਉਂਦੀ ਹੈ ਤਾਂ ਘਰ ਵਿੱਚ ਉਹਨੂੰ ਸਮਝਾਉਣਾ ਪੈਂਦਾ, ਇਸ ਕਰਕੇ ਮੈਂ ਤੈਨੂੰ ਸਮਝਾ ਰਿਹਾ ਹਾਂ। ਤੇ ਰਾਣੀ ਦਾ ਕਹਿਣਾ ਕਿ
ਇਸ IAS ਅਫਸਰ ਦਾ ਜਿਹੜਾ ਵਿਵਹਾਰ ਸੀ ਬੜਾ ਅਨੈਤਿਕ ਸੀ। ਜਦੋਂ ਰਾਣੀ ਨੇ ਕਿਹਾ ਕਿ ਮੈਨੂੰ ਦਫ਼ਤਰ ਵਿੱਚ ਬੁਲਾਇਆ ਤੇ ਮੈਂ ਮੇਜ਼ ਦੇ ਦੂਜੇ ਪਾਸੇ ਬੈਠੀ ਸੀ, ਤਾਂ IAS ਅਫਸਰ ਨੇ ਕਿਹਾ ਕਿ ਉੱਠ ਕੇ ਮੇਰੇ ਵਾਲੇ ਪਾਸੇ ਜਿਹੜਾ ਕੁਰਸੀ ਹੈ ਇਹਦੇ ਨੇੜੇ ਆ। ਮੈਂ ਜਦੋਂ ਉੱਠ ਕੇ ਪਹੁੰਚੀ ਵੀ ਕੋਈ ਸਮਾਨ ਚੁੱਕਣਾ ਹੋਊਗਾ ਤਾਂ ਕਿਹਾ ਗਿਆ ਕਿ ਕੰਪਿਊਟਰ ਦੇ ਨੇੜੇ ਆਓ, ਕੰਪਿਊਟਰ ਚਲਾਉਣਾ ਸਿਖਾਉਂਦੇ ਆ। ਅਤੇ ਕੰਪਿਊਟਰ ਚਲਾਉਣ ਦਾ ਬਹਾਨਾ ਕਰਨ ਲੱਗੇ ਸਾਈਡ ਦੇ ਉੱਤੇ ਆ ਕੇ, ਅਤੇ ਉਹ ਉੱਠ ਕੇ ਆਪਣੀ ਕੁਰਸੀ 'ਤੇ ਆ ਗਈ। ਅਤੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਤੇਰੇ ਕੋਲ ਸਰਕਾਰੀ ਗੱਡੀ ਹੈ, ਸ਼ਨੀਵਾਰ ਨੂੰ ਆਪਾਂ ਘੁੰਮ ਫਿਰ ਕੇ ਆਇਆ ਕਰੀਏ। ਅਤੇ ਉਸ ਤੋਂ ਬਾਅਦ ਰਾਣੀ ਦਾ ਕਹਿਣਾ ਕਿ IAS ਅਫਸਰ ਉਹਦੀ ਕੁਰਸੀ ਕੋਲ ਆ ਗਏ ਅਤੇ ਉਹਦੀ ਕੁਰਸੀ ਨੂੰ ਧੱਕਾ ਦਿੱਤਾ ਥੋੜ੍ਹਾ ਜਿਹਾ, ਅਤੇ ਫਿਰ ਕਿਸੇ ਦੇ ਨਾਲ ਫੋਨ ਦੇ ਉੱਤੇ ਯੂ ਬਲੱਡੀ ਅਪਸ਼ਬਦ ਵਗੈਰਾ ਬੋਲ ਕੇ ਗੱਲਾਂ ਕਰਨ ਲੱਗ ਪਏ। ਬਹੁਤ ਜੇ ਵੇਖਿਆ ਜਾਵੇ ਬਹੁਤ ਵੱਡੀ ਗੱਲ ਹੈ ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ। ਉਸ ਤੋਂ ਬਾਅਦ ਰਾਣੀ ਨੇ ਬੜੇ ਸਾਫ਼ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਮੈਂ ਆਪਣਾ ਰਿਜ਼ਾਈਨ ਕਰ ਦੇਵਾਂਗੀ। ਅਤੇ ਰਾਣੀ ਨੇ ਆਪਣੀ ਫੇਸਬੁੱਕ ID ਦੇ ਉੱਤੇ ਵੀ, ਸੋਸ਼ਲ ਸਾਈਟਸ ਦੇ ਉੱਤੇ ਵੀ ਅਤੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਵੀ ਇਹ ਜਿਹੜੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਮੈਂ ਰਿਜ਼ਾਈਨ ਕਰਾਂਗੀ। ਉਸ ਤੋਂ ਬਾਅਦ ਰਾਣੀ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਮੇਰਾ ਜਿਹੜਾ ਅਸਤੀਫਾ ਮਨਜ਼ੂਰ ਨਾ ਕਰਨ ਦੇ ਲਈ ਸਰਕਾਰ ਨੂੰ ਤੁਸੀਂ ਨਾ ਕਹਿਣਾ ਅਤੇ ਨਾ ਹੀ ਅੰਦੋਲਨ ਕਰਨਾ। ਮੈਨੂੰ ਮਾਣਯੋਗ ਨਿਆਂਪਾਲਿਕਾ 'ਤੇ ਭਰੋਸਾ ਹੈ, ਮੈਂ ਆਪਣੇ ਕੇਸ ਦੇ ਵਾਸਤੇ ਅਦਾਲਤ ਦੇ ਵਿੱਚ ਜਾਂਦੀ ਰਹੂੰਗੀ। ਮੇਰੇ ਕੋਲ ਹਾਲਾਂਕਿ ਆਪਣੀ ਰੋਟੀ ਦੇ ਲਈ ਬਹੁਤ ਸੀਮਿਤ ਸਾਧਨ ਨੇ, ਅਤੇ ਉਹਨੇ ਕਿਹਾ ਕਿ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਜਿੰਨੀ ਜਲਦੀ ਮੇਰਾ ਅਸਤੀਫਾ ਮਨਜ਼ੂਰ ਹੋਵੇਗਾ ਅਤੇ ਉਨੀ ਜਲਦੀ ਮੇਰੀ ਤਨਖਾਹ ਵਿੱਚੋਂ ਕੱਟਿਆ ਹੋਇਆ NPS ਫੰਡ ਮੈਨੂੰ ਪ੍ਰਾਪਤ ਹੋਊਗਾ, ਜਿਹਦੇ ਨਾਲ ਆਪਣੀ ਰੋਟੀ ਰੋਜੀ ਦਾ ਜਿਹੜਾ ਖਰਚਾ ਉਹ ਚਲਾ ਸਕਾਂਗੀ। ਸੋ ਆਓ ਵੇਖੀਏ ਕਿ ਕੀ ਆਖਿਆ ਰਾਣੀ ਨਾਗਰ ਨੇ। मेरा नाम रानी नागर IAS पुत्री स्वर्गीय श्री रतन सिंह नागर है। मैं हरियाणा सरकार में अतिरिक्त निदेशक सामाजिक न्याय एवं अधिकारिता विभाग एवं निदेशक अभिलेखागार विभाग के पद पर कार्यरत हूँ। मैं माह मई 2018 से अभी तक चंडीगढ़ में सेक्टर 6 में UT गेस्ट हाउस के कमरा नंबर 311 में किराए पर रहती हूँ। मैंने वर्ष 2019 में श्री सुनील के गुलाटी एवं चंडीगढ़ पुलिस के कुछ अधिकारियों के विरुद्ध माननीय चंडीगढ़ CJM न्यायालय में केस संख्या 3573 ऑफ 2019 दर्ज करवा रखा है। मेरी बहन कुमारी रीमा नागर पुत्री स्वर्गीय श्री रतन सिंह नागर भी दिसंबर माह 2019 से अभी तक मेरे साथ चंडीगढ़ में सेक्टर 6 में UT गेस्ट हाउस के कमरा नंबर 311 में रहती हैं। हमारी जान को खतरा बना रहता है, अतः मेरा आप सभी से सादर अनुरोध है कि यदि मेरी रानी नागर और मेरी बहन कुमारी रीमा नागर के प्राणों की क्षति हो जाए, अथवा यदि मैं रानी नागर व मेरी बहन कुमारी रीमा नागर अनट्रेसेबल हो जाएं, तो आप सभी कृपया हमारा यह बयान माननीय चंडीगढ़ न्यायालय में मेरे केस संख्या 3573 ऑफ 2019 में अवश्य दर्ज करवा दें। हम आपके सदा आभारी रहेंगे। अब मेरी बहन कुमारी रीमा नागर पुत्री स्वर्गीय श्री रतन सिंह नागर आपसे विनती करेंगे। नमस्कार, मेरा नाम रीमा नागर पुत्री स्वर्गीय श्री रतन सिंह नागर है। मैं IAS रानी नागर की बहन हूँ। मैं माह दिसंबर 2019 से अभी तक अपनी बहन रानी नागर के साथ चंडीगढ़ के सेक्टर 6 UT गेस्ट हाउस के कमरा नंबर 311 में रह रही हूँ। हमारी जान को खतरा बना रहता है। आप सभी से अनुरोध है कि यदि मैं रीमा नागर व मेरी बहन रानी नागर के प्राणों की क्षति हो जाए, या यदि मैं रीमा नागर व मेरी बहन रानी नागर अनट्रेसेबल हो जाएं, तो कृपया कोर्ट केस संख्या 3573 ऑफ 2019 चंडीगढ़ में हमारा यह बयान अवश्य दर्ज करा दें। हम सदा आपके आभारी रहेंगे। नमस्कार। ਇਸ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਉਸ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੀ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ਰਾਣੀ ਨਾਗਰ ਨੇ ਇੱਕ ਤੋਂ ਬਾਅਦ ਇੱਕ 6 ਟਵੀਟ ਕਰਕੇ ਸਨਸਨੀਖੇਜ ਖੁਲਾਸੇ ਕੀਤੇ ਸੀ। ਅਸਤੀਫਾ ਦੇਣ ਤੋਂ ਬਾਅਦ ਚੰਡੀਗੜ੍ਹ ਤੋਂ ਵਾਪਸ ਪਰਤ ਕੇ ਗਾਜ਼ੀਆਬਾਦ ਆਪਣੀ ਭੈਣ ਦੇ ਕੋਲ ਰਹਿ ਰਹੀ ਰਾਣੀ ਨਾਗਰ ਨੇ ਟਵੀਟ ਕਰਕੇ ਵਿਵਸਥਾ ਦੇ ਉੱਤੇ, ਸਿਸਟਮ ਦੇ ਉੱਤੇ ਸਵਾਲ ਉਠਾਏ ਸੀ। ਉਹਨਾਂ ਦੇ ਜਿਹੜੇ ਟਵੀਟ ਸੀ ਉਸ ਤੋਂ ਸਾਫ਼ ਲੱਗ ਰਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ ਰਹਿਣ ਦੇ ਦੌਰਾਨ ਰਾਣੀ ਦੇ ਨਾਲ ਬਹੁਤ ਗਲਤ ਵਤੀਰਾ ਜਿਹੜਾ ਹੈ ਉਹ ਅਪਣਾਇਆ ਗਿਆ।
ਰਾਣੀ ਨੇ ਟਵੀਟ ਕੀਤਾ ਕਿ ਮੈਂ ਰੁਪਏ ਦੇ ਕੇ ਯੂਟੀ ਗੈਸਟ ਹਾਊਸ ਵਿੱਚੋਂ ਜਿਹੜਾ ਖਾਣਾ ਖਰੀਦਦੀ ਸੀ, ਮੈਨੂੰ ਉਸ ਖਾਣੇ ਦੇ ਵਿੱਚ ਲੋਹੇ ਦੇ ਪਿੰਨ ਆਪਣੇ ਪਾ ਕੇ ਜਿਹੜਾ ਖਾਣਾ ਦਿੱਤਾ ਜਾਂਦਾ ਸੀ। ਇਸ ਦੇ ਬਾਰੇ ਲਿਖਤੀ ਸ਼ਿਕਾਇਤਾਂ ਜਿਹੜੀਆਂ ਕੀਤੀਆਂ ਗਈਆਂ ਨੇ ਤੇ ਉਹ ਵੀ ਮੈਂ ਨਾਲ ਵਿਖਾ ਰਹੀ ਹਾਂ। ਲੋਕਡਾਊਨ ਦੇ ਦੌਰਾਨ ਕਰਫਿਊ ਦੇ ਵਿੱਚ ਯੂਟੀ ਗੈਸਟ ਹਾਊਸ ਨੂੰ ਜਨਤਾ ਦੇ ਲਈ ਬੰਦ ਕਰ ਦਿੱਤਾ ਗਿਆ, ਪਰ ਮੈਨੂੰ ਅਤੇ ਮੇਰੀ ਭੈਣ ਰੀਮਾ ਨਾਗਰ ਨੂੰ ਯੂਟੀ ਗੈਸਟ ਹਾਊਸ ਦੇ ਵਿੱਚ ਹੀ ਰੱਖਿਆ ਗਿਆ। ਇਹ ਕਹਿਣਾ ਹੈ ਰਾਣੀ ਦਾ। ਇਸ ਤੋਂ ਪਹਿਲਾਂ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਰਾਣੀ ਨਾਗਰ ਦੇ ਅਸਤੀਫਾ ਦੇਣ ਤੇ ਅਫਸੋਸ ਦੇ ਨਾਲ ਗੁੱਸੇ ਦਾ ਇਜ਼ਹਾਰ ਵੀ ਕੀਤਾ ਹੈ। ਮਾਇਆਵਤੀ ਨੇ ਟਵੀਟ ਕੀਤਾ ਕਿ ਹਰਿਆਣੇ ਦੀ ਮਹਿਲਾ ਆਈਏਐਸ ਅਫਸਰ ਰਾਣੀ ਨਾਗਰ ਨੂੰ ਨੌਕਰੀ ਦੇ ਦੌਰਾਨ ਆਪਣੀ ਜਾਨ ਦੇ ਖਤਰੇ ਦੇ ਮੱਦੇਨਜ਼ਰ ਆਖਰ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਵਾਪਸ ਆਪਣੇ ਘਰ ਉੱਤਰ ਪ੍ਰਦੇਸ਼ ਵਾਪਸ ਆਉਣਾ ਪਿਆ ਹੈ, ਜਿਹੜਾ ਕਿ ਬਹੁਤ ਹੀ ਦੁਖਦ ਤੇ ਬਹੁਤ ਹੀ ਦੁਰਭਾਗਪੂਰਨ ਹੈ। ਮਹਿਲਾ ਸੁਰੱਖਿਆ ਅਤੇ ਸਨਮਾਨ ਦੇ ਮਾਮਲੇ ਦੇ ਵਿੱਚ ਅਜਿਹੀ ਸਰਕਾਰੀ ਉਦਾਸੀਨਤਾ ਅਤੇ ਬਾਕੀ ਲੋਕ ਚੁੱਪੀ ਕਿਉਂ ਧਾਰ ਕੇ ਬੈਠੇ ਹਨ, ਇਹ ਕਹਿਣਾ ਹੈ ਮਾਇਆਵਤੀ ਦਾ। ਰਾਣੀ ਨਾਗਰ ਦਸੰਬਰ 2019 ਤੋਂ ਆਪਣੀ ਭੈਣ ਰੀਮਾ ਨਾਗਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਸੈਕਟਰ 6 ਦੇ ਵਿੱਚ ਸਥਿਤ ਯੂਟੀ ਗੈਸਟ ਹਾਊਸ ਦੇ ਕਮਰਾ ਨੰਬਰ 311 ਦੇ ਵਿੱਚ ਕਿਰਾਏ ਤੇ ਰਹਿ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਸਮਾਜਿਕ ਅਣਿਆਂ ਦਾ ਸ਼ਿਕਾਰ ਰਾਣੀ ਨਾਗਰ 14 ਨਵੰਬਰ 2018 ਤੋਂ ਵਿਸ਼ੇਸ਼ ਜਿਹੜਾ ਹੈ ਸਪੈਸ਼ਲ ਸੈਕਟਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ 7 ਮਾਰਚ 2020 ਤੋਂ ਡਾਇਰੈਕਟਰ ਆਰਕਾਈਵ ਦਾ ਜ਼ਿੰਮਾ ਸੰਭਾਲ ਰਹੀ ਹੈ। ਇਸੇ ਦੌਰਾਨ ਅਸਤੀਫਾ ਦੇਣ ਤੋਂ ਬਾਅਦ ਜਦੋਂ ਰਾਣੀ ਨਾਗਰ ਆਪਣੇ ਵਾਪਸ ਜਾ ਰਹੀ ਸੀ ਤਾਂ ਰਸਤੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਰਾਣੀ ਨਾਗਰ ਨੇ ਬਾਰ-ਬਾਰ, ਕਿਉਂਕਿ ਇਹ ਦੱਸਿਆ ਸੀ ਕਿ ਉਸ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ, ਉਸ ਦੀ ਭੈਣ ਦੇ ਨਾਲ ਕੁਝ ਵੀ ਅਣਹੋਣੀ ਤੇ ਉਹਦੇ ਨਾਲ ਵਾਪਰ ਸਕਦੀ ਹੈ, ਉਸ ਨੂੰ ਅਤੇ ਉਸ ਦੀ ਭੈਣ ਨੂੰ ਕਿਡਨੈਪ ਵਗੈਰਾ ਗਾਇਬ ਵਗੈਰਾ ਵੀ ਕਰਵਾਇਆ ਜਾ ਸਕਦਾ, ਕਈ ਗੱਲਾਂ ਕਹੀਆਂ ਸੀ। ਸੋ ਆਓ ਵੇਖੀਏ ਕਿ ਇਸ ਦੌਰਾਨ ਜਦੋਂ ਰਾਣੀ ਵਾਪਸ ਆਪਣੇ ਘਰ ਜਾ ਰਹੀ ਸੀ ਅਸਤੀਫਾ ਦੇਣ ਤੋਂ ਬਾਅਦ ਤਾਂ ਕੀ ਘਟਨਾਵਾਂ ਉਹਦੇ ਨਾਲ ਰਸਤੇ ਦੇ ਵਿੱਚ ਘਟੀਆਂ, ਕਿਸ ਤਰ੍ਹਾਂ ਉਹਨਾਂ ਨੇ ਸਾਰੀ ਵੀਡੀਓ ਆਪਣੀ ਅਪਲੋਡ ਕੀਤੀ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਰਾਹਤ ਦੀ ਗੱਲ ਇਹ ਹੈ ਕਿ ਹਰਿਆਣਾ ਕਾਡਰ ਦੀ ਇਸ ਆਈਏਐਸ ਅਧਿਕਾਰੀ ਰਾਣੀ ਨਾਗਰ ਦਾ ਹਰਿਆਣਾ ਸਰਕਾਰ ਨੇ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਉੱਥੇ ਹੀ ਕਾਡਰ ਬਦਲਣ ਦੇ ਲਈ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਸੀਐਮ ਖੱਟਰ, ਉਹਨਾਂ ਨੇ ਕਾਡਰ ਬਦਲਣ ਦੀ ਕੇਂਦਰ ਸਰਕਾਰ ਨੂੰ ਸਿਫਾਰਿਸ਼ ਵੀ ਕੀਤੀ ਹੈ ਤੇ ਜੇ ਕੇਂਦਰ ਸਰਕਾਰ ਨੇ ਸਿਫਾਰਿਸ਼ ਮੰਨ ਲਈ ਤਾਂ ਰਾਣੀ ਨਾਗਰ ਨੂੰ उत्तर प्रदेश का काडर मिल सकता है। मेरा नाम रानी नागर है। मैंने आईएएस के पद से आज इस्तीफा दिया है 4 मई 2020 को प्रातःकाल में। मैंने हरियाणा सरकार से परमिशन मांगी थी कि मुझे जो सरकारी गाड़ी मुझे कार्यालय में दी जाती थी HR 03M 6305, उस गाड़ी से मैं अपने घर तक जा सकूं क्योंकि बसें अभी चल नहीं रही हैं। तो मैं चंडीगढ़ से सुबह चली थी लगभग 11 बजे और घरौंडा टोल के पास आके ये गाड़ी खराब हो गई है। मैंने कार्यालय में भी फ़ोन करके मदद मांगी। मैं एडिशनल डायरेक्टर हूँ सामाजिक न्याय एवं अधिकारिता विभाग में। मैंने अपने डायरेक्टर साहब से फ़ोन पे मदद मांगी है, अभी तक उनकी तरफ से कोई मदद नहीं आई है। लेकिन यहाँ पे एक प्रदीप खटाना जी भाई साहब हैं, ये हरियाणा पुलिस में काम करते हैं और गुड़गांव से बिलोंग करते हैं। ये आए हैं यहाँ पे मदद करने और आकर इन्होंने हमारी यहाँ गाड़ी ठीक कराई है। इनको ये जानकारी हमारी FB फेसबुक पोस्ट से मिली क्योंकि मैंने फेसबुक पे पोस्ट डाली थी अपनी गाड़ी की दिखा के कि हम यहाँ रास्ते में घरौंडा टोल पे खड़े हैं, हमारी गाड़ी खराब हो गई है। मेरे साथ जो जो घटनाएं होती हैं, जितने क्राइम होते हैं, उसके बारे में सूचना मैं अपने फेसबुक अकाउंट पर शेयर करती रहती हूँ। और मेरी जान को इतना खतरा हो गया था कि अब मैं ड्यूटी नहीं कर पा रही थी। लॉकडाउन के दौरान भी मेरी जान पर खतरा बना हुआ था। मैं यूटी गेस्ट हाउस में एक कमरे में पिछले 2 साल से नज़रबंदी की सी हालत में रह रही थी। मुझे मांगने पर भी मकान नहीं दिया गया। एक कमरे में यूटी गेस्ट हाउस में 2 महिलाओं का पूरे लॉकडाउन में बंद पड़े रहना ये उचित नहीं है। और उससे पहले भी मुझे 2 साल तक क्यों यूटी गेस्ट हाउस में रखा गया, ये मेरे को उचित नहीं लगा। और इससे अलग मेरी ड्यूटी पर मेरे साथ जो हुआ वो मैं आपके साथ सदा साझा करती रही हूँ, आगे भी साझा करूंगी। जितनी जानकारी मुझे RTI से मिली है, मेरे बारे में सरकार ने क्या फैसले लिए हैं, वो भी मैं आपके साथ जरूर साझा करूंगी। जो RTI के डॉक्यूमेंट है अपने फेसबुक पे शेयर करूंगी। ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਨੇ ਸੋਸ਼ਲ ਮੀਡੀਆ ਦੇ ਉੱਤੇ ਰਾਣੀ ਨਾਗਰ ਦਾ ਅਸਤੀਫਾ ਨਾਮਨਜ਼ੂਰ ਹੋਣ ਦੀ ਸੂਚਨਾ ਦਿੱਤੀ।
ਕੇਂਦਰੀ ਰਾਜ ਮੰਤਰੀ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਫੈਸਲੇ ਦੇ ਉੱਤੇ ਖੁਸ਼ੀ ਦਾ ਵੀ ਇਜ਼ਹਾਰ ਕੀਤਾ ਹੈ। ਰਾਣੀ ਨਾਗਰ ਦਾ ਆਈਏਐਸ ਕੈਡਰ ਬਦਲਣ ਦੀ ਸਿਫਾਰਿਸ਼ ਨੂੰ ਲੈ ਕੇ ਉਹਨਾਂ ਨੇ ਲਿਖਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਜੀ ਨੇ ਇਹ ਬਹੁਤ ਵਧੀਆ ਕੰਮ ਕੀਤਾ ਤੇ ਉਹ ਵਧਾਈ ਦੇ ਪਾਤਰ ਨੇ, ਤੇ ਉਹਨਾਂ ਨੇ ਦਰਿਆਦਿਲੀ ਦਿਖਾਉਂਦੇ ਹੋਏ ਬਿਟੀਆ ਰਾਣੀ ਨਾਗਰ ਦਾ ਆਈਏਐਸ ਕਾਡਰ ਉਹਨਾਂ ਦੇ ਹੋਮ ਸਟੇਟ ਉਹਨਾਂ ਦੀ ਉੱਤਰ ਪ੍ਰਦੇਸ਼ ਬਦਲਣ ਦੀ ਸਿਫਾਰਿਸ਼ ਵੀ ਕੇਂਦਰ ਨੂੰ ਕੀਤੀ ਹੈ। ਉਹਨਾਂ ਨੇ ਲਿਖਿਆ ਹੈ ਕਿ ਰਾਣੀ ਨਾਗਰ ਨੂੰ ਇਨਸਾਫ ਦਿਵਾਉਣ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਰੰਗ ਲਿਆਈਆਂ ਨੇ। ਠੀਕ ਨੇ, ਅੱਛੀ ਗੱਲ ਹੈ ਜੇ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਨੇ, ਪਰ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇੱਕ ਮਹਿਲਾ ਆਈਏਐਸ ਅਫਸਰ ਦੇ ਨਾਲ ਇੱਕ ਪੁਰਸ਼ ਆਈਏਐਸ ਅਫਸਰ ਜੇ ਇਸ ਤਰ੍ਹਾਂ ਦਾ ਵਿਹਾਰ ਕਰਦਾ ਹੈ, ਇਹਦੀ ਉੱਚ ਪੱਧਰੀ ਪੜਤਾਲ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ, ਤਾਂ ਫਿਰ ਬਹੁਤ ਵੱਡੇ ਜਿਹੜੇ ਨੇ ਸਾਡੇ ਸਿਸਟਮ ਤੇ ਸਾਡੀ ਵਿਵਸਥਾ ਤੇ ਸਾਡੇ ਆਚਰਣ ਤੇ ਸਾਡੀ ਕਹਿਣੀ ਅਤੇ ਕਰਨੀ ਦੇ ਉੱਤੇ ਬਹੁਤ ਵੱਡੇ ਜਿਹੜੇ ਪ੍ਰਸ਼ਨ ਚਿੰਨ੍ਹ ਉਹ ਖੜੇ ਹੋ ਜਾਂਦੇ ਨੇ। ਸੋ ਦੋਸਤੋ, ਵੀਡੀਓ ਦੇ ਬਾਰੇ ਕਮੈਂਟ ਜ਼ਰੂਰ ਕਰਨਾ, ਆਪਣੇ ਸੁਝਾਅ ਵੀ ਦੇਣੇ ਨੇ, ਤੇ ਗੱਲ ਪੰਜਾਬ ਦੀ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ YouTube ਦੇ ਉੱਤੇ ਦੋਸਤੋ, ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਦਬਾਉਣਾ ਤਾਂ ਜੋ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਤੇ ਅਪਡੇਟਸ ਵੀ ਮਿਲਦੇ ਰਹਿਣ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਵੇਖਦੇ ਰਹੋ ਗੱਲ ਪੰਜਾਬ ਦੀ ਟੀਵੀ, ਗੱਲ ਸਾਡੀ ਤੇ ਸਾਡੇ ਸਾਰਿਆਂ ਦੀ। देश दुनिया के राजनीतिक, समाजिक ते मनोरंजन जगत दे नाल जुड़न लई साडे चैनल गल पंजाब दी टीवी नू सबसक्राइब करो ते सब तो पहला नोटिफिकेशंस पाउण लई बैल आइकन प्रेस करो।